ਅੱਧੀ ਉਮਰ ਦਾ ਉਧਾਰ। ਇੱਕ ਰਾਜੇ ਨੂੰ ਨਾਚ ਗਾਣੇ ਦਾ ਬੜਾ ਸ਼ੌਂਕ ਸੀ। ਉਸ ਦੇ ਦਰਬਾਰ ਵਿੱਚ ਦੂਰੋਂ ਦੂਰੋਂ ਨਾਚੀਆਂ ਕਸਬ ਵਿਖਾਉਣ ਲਈ ਹਾਜ਼ਰ ਹੁੰਦੀਆਂ, ਜਿਨ੍ਹਾਂ ਦੇ ਨਾਚ ਰਾਜੇ ਨੂੰ ਪਸੰਦ ਹੁੰਦੇ। ਉਹਨਾਂ ਨੂੰ ਰਾਜਾ ਆਪਣੇ ਮਹਿਲਾਂ ਵਿੱਚ ਹੀ ਇੱਕ ਵੱਖਰੇ ਹਿੱਸੇ ਵਿੱਚ ਰਿਹਾਇਸ਼ ਦੀ ਆਗਿਆ ਦੇ ਦਿੰਦਾ। ਹਰ ਰੋਜ਼ ਰਾਤ ਵੇਲੇ ਮਹਿਲ ਦੇ ਖੁੱਲ੍ਹੇ ਅਹਾਤੇ ਵਿੱਚ ਮਸਾਲਾਂ ਦੀ ਰੌਸ਼ਨੀ ਵਿੱਚ ਨਾਚ ਹੁੰਦਾ। ਕੋਈ ਵੀ ਸ਼ਖਸ ਉਸ ਨਾਚ ਨੂੰ ਵੇਖ ਸਕਦਾ ਸੀ। ਇੱਕ ਪਾਸੇ ਰਾਜੇ ਅਤੇ ਉਸਦੇ ਦਰਬਾਰੀ ਬੈਠੇ ਹੁੰਦੇ, ਦੂਜੇ ਪਾਸੇ ਸ਼ਹਿਰ ਦੇ ਲੋਕ। ਕਈ ਵਾਰ ਅੱਧੀ ਅੱਧੀ ਰਾਤ ਤੱਕ ਮਹਿਫਲ ਜੰਮੀ ਰਹਿੰਦੀ। ਪਿਛਲੇ ਕੁਝ ਮਹੀਨਿਆਂ ਤੋਂ ਇੱਕ ਨਵੀਂ ਨਾਚੀ ਦਰਬਾਰ ਵਿੱਚ ਆਈ ਹੋਈ ਸੀ, ਜਿਸ ਦਾ ਨਾਂ ਸ਼ਬੀਲੀ ਸੀ। ਉਹ ਰੰਗ ਰੂਪ ਦੀ ਸੋਹਣੀ ਤੇ ਸਰੀਰ ਦੀ ਸੁਬਕ ਸੀ। ਜਦੋਂ ਨੱਚਦੀ ਇਉਂ ਜਾਪਦਾ ਬਿਜਲੀ ਥਰਕ ਰਹੀ ਹੋਵੇ। ਰਾਜਾ ਉਹਨੂੰ ਬਹੁਤ ਚਾਹੁਣ ਲੱਗਾ ਤੇ ਉਚੇਚਾ ਮਾਣ ਦਿੰਦਾ। ਇੱਕ ਦਿਨ ਸ਼ਾਮ ਵੇਲੇ ਸ਼ਬੀਲੀ ਦਾ ਨਾਚ ਸੀ। ਥੋੜ੍ਹੀ ਦੇਰ ਪਹਿਲਾਂ ਮੀਂਹ ਪੈ ਕੇ ਹਟਿਆ ਸੀ, ਜਿਸ ਕਰਕੇ ਹਾਜ਼ਰੀ ਬਹੁਤ ਘੱਟ ਸੀ। ਇੱਕ ਲੰਗੜਾ ਰੱਬ ਸਬੱਬੀ ਉੱਧਰੋਂ ਦੀ ਲੰਘ ਰਿਹਾ ਸੀ। ਗਾਣੇ ਦੀ ਆਵਾਜ਼ ਸੁਣ ਕੇ ਉਹ ਵੀ ਮਹਿਲਾਂ ਵੱਲ ਤੁਰ ਪਿਆ ਅਤੇ ਦਲਾਨ ਵਿੱਚ ਹੋ ਰਹੇ ਨਾਚ ਨੂੰ ਵੇਖਣ ਲੱਗਾ। ਸ਼ਬੀਲੀ ਨੂੰ ਵੇਖ ਕੇ ਲੰਗੜੇ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਹਨੇ ਜੇਬ ਵਿੱਚੋਂ ਰੁਪਇਆ ਕੱਢ ਕੇ ਸ਼ਬੀਲੀ ਦੇ ਸਿਰ ਤੋਂ ਵਾਰਨਾ ਚਾਹਿਆ, ਪਰ ਲੰਗੜਾ ਹੋਣ ਕਰਕੇ ਉਹ ਅੱਗੇ ਵਧ ਨਾ ਸਕਿਆ। ਸ਼ਬੀਲੀ ਨੇ ਵੇਖਿਆ ਅਤੇ ਝੂਮਦੀ ਹੋਈ ਉਹਦੇ ਕੋਲ ਪਹੁੰਚੀ। ਜਦੋਂ ਉਹ ਲੰਗੜੇ ਦੇ ਹੱਥੋਂ ਰੁਪਇਆ ਫੜਨ ਲੱਗੀ ਤਾਂ ਇੱਕਦਮ ਠਠੰਬਰ ਗਈ ਅਤੇ ਮਸਾਂ ਡਿੱਗਦੀ ਡਿੱਗਦੀ ਬਚੀ। ਫਿਰ ਸੰਭਲ ਕੇ ਸ਼ਬੀਲੀ ਨੇ ਆਪਣੀ ਲੱਤ ਫੜ ਲਈ। "ਤੈਨੂੰ ਇਹ ਕੀ ਹੋ ਗਿਆ ਏ?" ਰਾਜੇ ਨੇ ਪੁੱਛਿਆ। "ਮੇਰੀ ਲੱਤ ਵਿੱਚੋਂ ਚੀਸਾਂ ਉੱਠ ਰਹੀਆਂ ਨੇ," ਸ਼ਬੀਲੀ ਨੇ ਘਬਰਾਉਂਦੇ ਹੋਏ ਕਿਹਾ। "ਮੇਰੇ ਤੋਂ ਹੋਰ ਨੱਚਿਆ ਨਹੀਂ ਜਾਣਾ। ਅੱਗੇ ਵੀ ਕਦੇ ਇਉਂ ਹੋਇਆ ਨਹੀਂ?" "ਬਸ ਇਸ ਲੰਗੜੇ ਨੂੰ ਚਾਹੁੰਦੇ ਸਾਰ ਉਹਦੀ ਲੱਤ ਦੀ ਪੀੜ ਜਿਵੇਂ ਮੇਰੀ ਲੱਤ ਵਿੱਚ ਚਲੀ ਗਈ ਹੋਵੇ। ਇਹਦਾ ਕੀ ਇਲਾਜ ਏ?" "ਇਸ ਲੰਗੜੇ ਨੂੰ ਵੱਢ ਕੇ ਇਹਦੇ ਲਹੂ ਨਾਲ ਮੇਰੀ ਲੱਤ ਧੋ ਦਿਓ," ਸ਼ਬੀਲੀ ਨੇ ਤਰਲਾ ਕੀਤਾ। "ਉਫ਼, ਨਹੀਂ ਤਾਂ ਮੈਂ ਸਾਰੀ ਉਮਰ ਨੱਚ ਨਹੀਂ ਸਕਾਂਗੀ।" ਰਾਜਾ ਹੈਰਾਨ ਹੋ ਕੇ ਕਦੇ ਲੰਗੜੇ ਵੱਲ ਵੇਖਦਾ ਤੇ ਕਦੇ ਸ਼ਬੀਲੀ ਵੱਲ। ਉਸਨੇ ਸੋਚਿਆ, ਲੰਗੜੇ ਦੇ ਛੂਹਣ ਨਾਲ ਹੀ ਨਾਚੀ ਦੀ ਲੱਤ ਵਿੱਚ ਚੀਸ ਉੱਠੀ ਹੋਈ ਏ। ਸ਼ਾਇਦ ਲੰਗੜੇ ਦੀ ਨਜ਼ਰ ਲੱਗ ਗਈ ਹੋਵੇ ਤੇ ਨਜ਼ਰ ਉਤਾਰਨ ਦਾ ਇਹੋ ਇੱਕ ਢੰਗ ਹੋਵੇ। ਰਾਜੇ ਦੀ ਸ਼ਬੀਲੀ ਨਾਲ ਦਿਲੋਂ ਮੁਹੱਬਤ ਸੀ, ਸੋ ਉਹਨੇ ਉਸੇ ਵੇਲੇ ਜਲਾਦ ਨੂੰ ਬੁਲਾ ਭੇਜਿਆ। ਲੰਗੜਾ ਤਰਲੇ ਕਰਨ ਲੱਗਾ, "ਮੈਂ ਬੇਕਸੂਰ ਹਾਂ, ਮੈਨੂੰ ਇਉਂ ਨਾ ਮਾਰੋ। ਪਰ ਤੇਰਾ ਕੋਈ ਕਸੂਰ ਜ਼ਰੂਰ ਏ। ਇਹ ਨਾਚੀ ਤੈਨੂੰ ਵੇਖ ਕੇ ਠਠੰਬਰੀ ਏ ਤੇ ਡਿੱਗਦੀ ਡਿੱਗਦੀ ਬਚੀ ਏ।" ਰਾਜੇ ਨੇ ਲੰਗੜੇ ਦੀ ਤਸੱਲੀ ਕਰਾਉਣੀ ਚਾਹੀ। "ਤੂੰ ਕੀ ਜਾਦੂ ਕੀਤਾ, ਇਹ ਮੈਂ ਨਹੀਂ ਜਾਣਦਾ, ਪਰ ਤੈਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਤੁਸੀਂ ਬੇਸ਼ੱਕ ਮੇਰੇ ਟੁਕੜੇ ਟੁਕੜੇ ਕਰਵਾ ਦਿਓ, ਪਰ ਮੇਰੀ ਇੱਕ ਅਰਜ਼ ਸੁਣ ਲਵੋ।" ਲੰਗੜੇ ਨੇ ਹੱਥ ਜੋੜਦੇ ਹੋਏ ਬੇਨਤੀ ਕੀਤੀ। "ਮੈਂ ਇਸ ਨੂੰ ਕੁਝ ਉਧਾਰ ਦਿੱਤਾ ਏ, ਉਹ ਇਹ ਮੈਨੂੰ ਮੋੜ ਦੇਵੇ।" ਇਹ ਉਸੇ ਉਧਾਰ ਨੂੰ ਯਾਦ ਕਰਕੇ ਠਠੰਬਰੀ ਏ। "ਮੈਂ ਇਹਦਾ ਕੁਝ ਨਹੀਂ ਦੇਣਾ।" ਨਾਚੀ ਗੁੱਸੇ ਵਿੱਚ ਭਖਦੀ ਹੋਈ ਕਹਿਣ ਲੱਗੀ, "ਮੈਂ ਤਾਂ ਇਹਨੂੰ ਪਛਾਣਦੀ ਵੀ ਨਹੀਂ।" "ਪਰ ਤੂੰ ਇਹ ਤਾਂ ਆਖ ਸਕਦੀ ਏਂ," ਲੰਗੜੇ ਨੇ ਧੀਰਜ ਨਾਲ ਗੁੱਸੇ ਵਿੱਚ ਭਖਦੀ ਹੋਈ ਕਹਿਣ ਲੱਗੀ, "ਮੈਂ ਤਾਂ ਇਹਨੂੰ ਪਛਾਣਦੀ ਵੀ ਨਹੀਂ।" "ਪਰ ਤੂੰ ਇਹ ਤਾਂ ਆਖ ਸਕਦੀ ਏਂ," ਲੰਗੜੇ ਨੇ ਧੀਰਜ ਨਾਲ ਸਮਝਾਉਂਦੇ ਹੋਏ ਨਾਚੀ ਨੂੰ ਕਿਹਾ, "ਕਿ ਮੈਂ ਜੋ ਇਸ ਲੰਗੜੇ ਤੋਂ ਉਧਾਰ ਲਿਆ ਸੀ, ਉਹ ਮੈਂ ਇਹਨੂੰ ਮੋੜ ਦਿੱਤਾ। ਬਸ ਮੈਂ ਇਹੋ ਅਖਵਾਉਣਾ ਚਾਹੁੰਦਾ ਹਾਂ, ਮੈਂ ਤੇਰਾ ਕੋਈ ਉਧਾਰ ਨਹੀਂ ਚੁਕਾਣਾ।" ਨਾਚੀ ਲੰਗੜੇ ਨੂੰ ਘੂਰਦੀ ਹੋਈ ਕਹਿਣ ਲੱਗੀ। ਤਾਂ ਰਾਜੇ ਨੇ ਨਾਚੀ ਨੂੰ ਸਮਝਾਇਆ, "ਵੇਖ, ਇਹਦੀ ਮੌਤ ਸਿਰ 'ਤੇ ਆਈ ਹੋਈ ਏ। ਇਸਦੀ ਆਖਰੀ ਖੁਆਇਸ਼ ਪੂਰੀ ਕਰਨਾ ਸਾਡਾ ਫਰਜ਼ ਬਣਦਾ ਏ। ਤੂੰ ਜੋ ਕੁਝ ਇਹ ਕਹਿੰਦਾ ਏ, ਇਹਦੇ ਪਿੱਛੇ ਪਿੱਛੇ ਕਹਿ ਦੇ। ਜੇ ਤੂੰ ਇਹਦਾ ਕੁਝ ਨਹੀਂ ਦੇਣਾ ਤਾਂ ਕਹਿਣ ਵਿੱਚ ਕੀ ਹਰਜ਼ ਏ?" ਨਾਚੀ ਮਜਬੂਰ ਹੋ ਗਈ। ਕੋਈ ਪੇਸ਼ ਨਾ ਜਾਂਦੀ ਵੇਖ ਕਹਿਣ ਲੱਗਾ, "ਮੈਂ ਇਸ ਲੰਗੜੇ ਤੋਂ ਕੁਝ ਉਧਾਰ ਲਿਆ, ਉਹ ਮੈਂ ਇਹਨੂੰ ਮੋੜ ਦਿੱਤਾ।" ਉਸੇ ਵੇਲੇ ਨਾਚੀ
ਭਵਾਂਟਣੀ ਖਾ ਕੇ ਫਰਸ਼ ਉੱਤੇ ਧੜਮ ਕਰਦੀ ਡਿੱਗ ਪਈ। ਫਿਰ ਇਹ ਇਉਂ ਤੜਪਣ ਲੱਗੀ ਜਿਵੇਂ ਕਿਸੇ ਪਾਣੀ ਵਿੱਚੋਂ ਮੱਛੀ ਬਾਹਰ ਕੱਢ ਸੁੱਟੀ ਹੋਵੇ। ਥੋੜ੍ਹੀ ਦੇਰ ਬਾਅਦ ਨਾਚੀ ਦੇ ਪ੍ਰਾਣ ਤਿਆਗ ਦਿੱਤੇ। ਰਾਜਾ ਤੇ ਉਹਦੇ ਦਰਬਾਰੀ ਘਬਰਾ ਗਏ ਤੇ ਉਹ ਲੰਗੜੇ ਵੱਲ ਬਿਟਰ-ਬਿਟਰ ਵੇਖਣ ਲੱਗੇ। ਉਹਨਾਂ ਨੂੰ ਲੰਗੜਾ ਕੋਈ ਵੱਡਾ ਜਾਦੂਗਰ ਜਾਪਿਆ। ਰਾਜਾ ਕ੍ਰੋਧ ਵਿੱਚ ਆ ਗਿਆ, ਪਰ ਉਹ ਲੰਗੜੇ ਦੀ ਰਹੱਸਮਈ ਸ਼ਕਤੀ ਤੋਂ ਡਰ ਗਿਆ ਤੇ ਗੁੱਸਾ ਅੰਦਰ ਜਰਦਾ ਹੋਇਆ ਧੀਰਜ ਨਾਲ ਕਹਿਣ ਲੱਗਾ, ਇਸ ਗੱਲ ਦੀ ਤਹਿ ਵਿੱਚ ਕੋਈ ਭੇਤ ਜ਼ਰੂਰ ਏ। ਤੂੰ ਅਸਲੀ ਗੱਲ ਦੱਸ ਦੇ, ਮੈਂ ਤੈਨੂੰ ਮੁਕਤ ਕਰ ਦੇਵਾਂਗਾ। ਫਿਰ ਰਾਜਾ ਲੰਗੜੇ ਨੂੰ ਬੜੀ ਨਰਮੀ ਨਾਲ ਕਹਿਣ ਲੱਗਾ, ਅੱਛਾ ਇਹ ਦੱਸ ਕਿ ਤੂੰ ਕੀ ਉਧਾਰ ਦਿੱਤਾ ਏ ਤੇ ਉਸ ਤੈਨੂੰ ਕੀ ਮੋੜਿਆ। ਮੈਂ ਉਹਨੂੰ ਸਾਰੀ ਗੱਲ ਸ਼ੁਰੂ ਤੋਂ ਅਖੀਰ ਤੱਕ ਦੱਸ ਦਿੰਦਾ ਹਾਂ। ਛੁਪਾਉਣ ਵਾਲੀ ਕੋਈ ਗੱਲ ਨਹੀਂ। ਲੰਗੜੇ ਨੇ ਇਹ ਕਹਿੰਦੇ ਹੋਏ ਸਾਰਾ ਬਿਰਤਾਂਤ ਇਉਂ ਸੁਣਾਇਆ, ਇਹ ਛਬੀਲੀ ਨਾਂ ਦੀ ਨਾਚੀ ਮੇਰੀ ਪਤਨੀ ਹੈ। ਮੇਰਾ ਇਹਦੇ ਨਾਲ ਬੜਾ ਪਿਆਰ ਸੀ। ਇੱਕ ਪਲ ਵੀ ਅੱਖੋਂ ਓਹਲੇ ਹੁੰਦੀ ਤਾਂ ਮੈਂ ਸਮਝਦਾ ਪਰਲੋ ਆ ਗਈ ਏ। ਇੱਕ ਦਿਨ ਛਬੀਲੀ ਨੇ ਲਾਡ ਨਾਲ ਪੁੱਛਿਆ, ਸਵਾਮੀ ਤੁਸੀਂ ਮੇਰੇ ਨਾਲ ਇਤਨਾ ਪਿਆਰ ਕਰਦੇ ਹੋ, ਜੇ ਮੈਂ ਮਰ ਗਈ ਤਾਂ ਪਿੱਛੋਂ ਤੁਸੀਂ ਕੀ ਕਰੋਗੇ? ਮੈਂ ਤਾਂ ਤੇਰੇ ਬਗੈਰ ਜਿਉ ਨਹੀਂ ਸਕਦਾ। ਮੈਨੂੰ ਤੇਰੀ ਚਿੰਤਾ ਰਹਿੰਦੀ ਏ। ਜੇ ਮੈਨੂੰ ਕੁਝ ਹੋ ਗਿਆ ਤਾਂ ਤੇਰਾ ਪਿੱਛੋਂ ਕੀ ਬਣੇਗਾ? ਮੇਰਾ ਕੋਈ ਸਾਕ ਸੰਬੰਧੀ ਵੀ ਨਹੀਂ ਜਿਹੜਾ ਤੇਰੀ ਦੇਖਭਾਲ ਕਰੇ। ਮੈਂ ਅੱਖਾਂ ਵਿੱਚ ਹੰਝੂ ਭਰ ਕੇ ਛਬੀਲੀ ਨੂੰ ਕਿਹਾ, ਜੇ ਤੁਹਾਨੂੰ ਕੁਝ ਹੋ ਗਿਆ ਤਾਂ ਮੈਂ ਤੁਹਾਡੀ ਕਬਰ ਦੇ ਕੋਲ ਹੀ ਝੁੱਗੀ ਪਾ ਕੇ ਬਾਕੀ ਸਾਰੀ ਉਮਰ ਫਕੀਰਨੀ ਬਣ ਕੇ ਉੱਥੇ ਹੀ ਗੁਜ਼ਾਰ ਦਿਆਂਗੀ। ਛਬੀਲੀ ਨੇ ਅੱਖਾਂ ਵਿੱਚ ਹੰਝੂ ਭਰਦੇ ਹੋਏ ਕਿਹਾ, ਅੱਛਾ ਮੈਂ ਵੀ ਇਹੋ ਕੁਝ ਕਰਾਂਗਾ। ਤੂੰ ਨਹੀਂ ਹੋਵੇਂਗੀ ਤਾਂ ਤੇਰੀ ਕਬਰ ਸਾਹਮਣੇ ਰਹੇਗੀ। ਮੈਂ ਪ੍ਰਣ ਕਰਦੇ ਹੋਏ ਕਿਹਾ। ਸਾਲ ਸਮਾਂ ਲੰਘ ਗਿਆ। ਇੱਕ ਦਿਨ ਅਚਾਨਕ ਛਬੀਲੀ ਦੇ ਪੇਟ ਵਿੱਚ ਸੂਲ ਉੱਠਿਆ। ਉਸਨੇ ਪ੍ਰਾਣ ਤਿਆਗ ਦਿੱਤੇ। ਮੈਂ ਇਹਦੀ ਕਬਰ ਦੇ ਨੇੜੇ ਝੁੱਗੀ ਬਣਾ ਕੇ ਕਬਰਸਤਾਨ ਵਿੱਚ ਹੀ ਫਕੀਰੀ ਵੇਸ ਵਿੱਚ ਰਹਿਣ ਲੱਗਾ। ਕੰਮ ਧੰਦਾ ਠੱਪ ਹੋ ਗਿਆ। ਮੈਂ ਆਪਣਾ ਘਰ-ਬਾਰ, ਧਨ ਦੌਲਤ ਸਭ ਦਾਨ ਕਰ ਦਿੱਤੇ। ਫਿਰ ਇਹ ਜ਼ਿੰਦਾ ਕਿਵੇਂ ਹੋ ਗਈ? ਰਾਜੇ ਨੇ ਵਿੱਚੋਂ ਹੀ ਗੱਲ ਟੋਕਦੇ ਹੋਏ ਹੈਰਾਨੀ ਨਾਲ ਪੁੱਛਿਆ। ਇਹ ਲੰਬਾ ਬਿਰਤਾਂਤ ਏ, ਮੈਂ ਸਾਰਾ ਸੁਣਾਉਂਦਾ ਹਾਂ। ਲੰਗੜੇ ਨੇ ਰਾਜੇ ਨੂੰ ਤਸੱਲੀ ਦਿੱਤੀ। ਫਿਰ ਲੰਗੜੇ ਨੇ ਆਪਣੀ ਗੱਲ ਤੋਰੀ। ਮੈਂ ਸ਼ਹਿਰੋਂ ਟੁਕਰ ਮੰਗ ਕੇ ਲੈ ਆਉਂਦਾ ਤੇ ਆਪਣਾ ਪੇਟ ਭਰ ਲੈਂਦਾ। ਸਾਰਾ ਦਿਨ ਕਬਰ ਦੇ ਸਿਰਹਾਣੇ ਬੈਠ ਕੇ ਰੋਂਦਾ ਰਹਿੰਦਾ। ਇਸ ਤਰ੍ਹਾਂ ਸਮਾਂ ਲੰਘ ਗਿਆ। ਇੱਕ ਦਿਨ ਇੱਕ ਕਰਨੀ ਵਾਲਾ ਫਕੀਰੀ ਉੱਧਰੋਂ ਦੀ ਲੰਘਿਆ ਤੇ ਮੈਨੂੰ ਪੁੱਛਣ ਲੱਗਾ ਕਿ ਇਸ ਉਜਾੜ ਬਿਆਬਾਨ ਵਿੱਚ ਮੈਂ ਇਕੱਲਾ ਕਿਉਂ ਰਹਿ ਰਿਹਾ ਹਾਂ। ਮੈਂ ਉਸ ਫਕੀਰ ਨੂੰ ਮੁੱਢ ਤੋਂ ਅੰਤ ਤੱਕ ਸਾਰਾ ਮਾਜਰਾ ਸੁਣਾ ਦਿੱਤਾ। ਮੇਰੀਆਂ ਅੱਖਾਂ ਵਿੱਚੋਂ ਛਮ-ਛਮ ਅੱਥਰੂ ਕਿਰਨ ਲੱਗੇ। ਮੇਰੀ ਸਾਧਨਾ ਉੱਤੇ ਪ੍ਰਸੰਨ ਹੋ ਕੇ ਉਹ ਫਕੀਰ ਕਹਿਣ ਲੱਗਾ, ਜੇ ਤੂੰ ਆਪਣੀ ਅੱਧੀ ਉਮਰ ਇਸ ਨੂੰ ਉਧਾਰੀ ਦੇ ਦੇਵੇਂ ਤਾਂ ਮੈਨੂੰ ਕੋਈ ਮੁੜ ਜਿੰਦਾ ਕਰ ਸਕਦਾ ਹੈ। ਤੁਸੀਂ ਬੇਸ਼ੱਕ ਮੇਰੀ ਅੱਧੀ ਉਮਰ ਇਹਨੂੰ ਦੇ ਦਿਓ। ਮੈਂ ਪ੍ਰਸੰਨ ਹੋ ਕੇ ਕਿਹਾ, ਇਸ ਤਰ੍ਹਾਂ ਸਾਡੀ ਦੋਹਾਂ ਦੀ ਮੌਤ ਇੱਕੋ ਦਿਨ ਇੱਕੋ ਵੇਲੇ ਹੋਵੇਗੀ। ਪਰ ਤੂੰ ਜਿਸ ਵੇਲੇ ਵੀ ਚਾਹੇ ਇਹਦੀ ਰਜ਼ਾਮੰਦੀ ਨਾਲ ਆਪਣੀ ਉਧਾਰ ਦਿੱਤੀ ਉਮਰ ਵਾਪਸ ਲੈ ਸਕਦਾ ਏਂ। ਬਸ ਇਹਨੂੰ ਕਹਿਣਾ ਪਏਗਾ ਕਿ ਮੈਂ ਜੋ ਉਧਾਰ ਲਿਆ ਸੀ ਉਹ ਵਾਪਸ ਦਿੱਤਾ। ਫਕੀਰ ਨੇ ਸਮਝਾਇਆ। ਤਾਂ ਫਕੀਰ ਨੇ ਕਬਰ ਪੁੱਟੀ, ਕੋਈ ਮੰਤਰ ਫੇਰਿਆ। ਫਿਰ ਮੈਂ ਛਬੀਲੀ ਦੀ ਲੋਥ ਦੀਆਂ 7 ਪਰਿਕਰਮਾਂ ਲਿੱਤੀਆਂ ਤੇ ਹਰ ਵਾਰ ਕਿਹਾ, ਮੈਂ ਆਪਣੀ ਅੱਧੀ ਉਮਰ ਤੈਨੂੰ ਦਿੱਤੀ। ਤਾਂ 7ਵੀਂ ਪਰਿਕਰਮਾ ਤੇ ਛਬੀਲੀ ਜਿਉਂ ਉੱਠੀ। ਅਸੀਂ ਦੋਵੇਂ ਬੜੇ ਖੁਸ਼ ਹੋਏ। ਬੇਕਾਬੂ ਹੋਏ, ਇਉਂ ਇੱਕ ਦੂਜੇ ਨੂੰ ਚੰਬੜ ਗਏ ਜਿਵੇਂ ਸਦੀਆਂ ਦੇ ਵਿਛੜੇ ਮਿਲੇ ਹੋਈਏ। ਪਰ ਛਬੀਲੀ ਦੀ ਇੱਕ ਟੰਗ ਕਬਰ ਵਿੱਚ ਖਰਾਬ ਹੋ ਗਈ ਸੀ। ਇਸ ਵਾਸਤੇ ਉਹ ਲੰਗੜਾ ਕੇ ਤੁਰਨ ਲੱਗੀ। ਮੈਂ ਫਕੀਰ ਨੂੰ ਕਿਹਾ ਕਿ ਜਿੱਥੇ ਇਤਨੀ ਰਹਿਮਤ ਕੀਤੀ, ਜੇ ਉੱਥੇ ਥੋੜ੍ਹੀ ਹੋਰ ਬਖਸ਼ਿਸ਼ ਵੀ ਕਰ ਦਿਓ। ਕਿਸੇ ਤਰ੍ਹਾਂ ਇਸਦੀ ਟੰਗ ਠੀਕ ਹੋ ਜਾਵੇ। ਜੇ ਤੂੰ ਇਹਦੀ ਲੱਤ ਠੀਕ ਚਾਹੁੰਦਾ ਏਂ ਤਾਂ ਖੁਦ ਲੰਗੜਾ ਬਣ ਜਾ। ਫਕੀਰ ਨੇ ਕਿਹਾ, ਇਹ ਕਰਨੀ ਦਾ ਭੋਗ ਏ, ਕਿਸੇ ਨੂੰ ਤਾਂ ਭੋਗਣਾ ਹੀ ਪਏਗਾ।
ਮੈਂ ਇਹ ਗੱਲ ਵੀ ਮੰਨ ਲਈ। ਫਕੀਰ ਨੇ ਮੰਤਰ ਨਾਲ ਛਬੀਲੀ ਦੀ ਲੱਤ ਠੀਕ ਕਰ ਦਿੱਤੀ। ਮੈਂ ਚੰਗਾ ਭਲਾ ਆਦਮੀ ਲੰਗੜਾ ਹੋ ਗਿਆ। ਫਿਰ ਅਸੀਂ ਦੋਵੇਂ ਉੱਥੋਂ ਚੱਲ ਪਏ। ਹੁਣ ਕਿੱਥੇ ਚੱਲੀਏ? ਮੈਂ ਛਬੀਲੀ ਨੂੰ ਪੁੱਛਿਆ। ਆਪਣੇ ਘਰ। ਹੋਰ ਕਿੱਥੇ? ਛਬੀਲੀ ਨੇ ਉੱਤਰ ਦਿੱਤਾ। ਪਰ ਘਰ, ਕੋਠਾ ਤੇ ਖੇਤ ਮੈਂ ਤੇਰੇ ਵਿਯੋਗ ਵਿੱਚ ਦਾਨ ਕਰ ਦਿੱਤੇ ਨੇ। ਮੇਰੇ ਕੋਲ ਤਾਂ ਕੱਚੀ ਕੌੜੀ ਵੀ ਨਹੀਂ ਰਹੀ। ਮੈਂ ਤਾਂ ਮੰਗਤਿਆਂ ਵਾਂਗ ਮੰਗ ਪਿੰਨ ਕੇ ਗੁਜ਼ਾਰਾ ਕਰਦਾ ਹਾਂ, ਮੈਂ ਦੱਸਿਆ। ਇਹ ਗੱਲ ਸੁਣ ਕੇ ਛਬੀਲੀ ਦਾ ਰੰਗ ਉੱਡ ਗਿਆ। ਉਹ ਘਬਰਾ ਗਈ। ਮੈਂ ਉਹਨੂੰ ਦਿਲਾਸਾ ਦੇ ਕੇ ਉਸੇ ਪੁਰਾਣੇ ਘਰ ਵਾਪਸ ਲੈ ਗਿਆ। ਪਰ ਲੋਕਾਂ ਨੇ ਸਾਡੀ ਆਓ ਭਗਤ ਕੀ ਕਰਨਾ ਸੀ? ਉਹ ਸਾਨੂੰ ਭੂਤ ਪ੍ਰੇਤ ਸਮਝਣ ਲੱਗੇ। ਸਾਨੂੰ ਵੇਖ ਕੇ ਨੱਠ ਜਾਂਦੇ। ਤਾਂ ਅਸੀਂ ਕਿਸੇ ਦੂਜੇ ਸ਼ਹਿਰ ਜਾ ਕੇ ਵਸਣ ਦਾ ਫੈਸਲਾ ਕੀਤਾ। ਇੱਕ ਵਾਰੀ ਅਸੀਂ ਦੋਵੇਂ ਜੰਗਲ ਵਿੱਚੋਂ ਦੀ ਲੰਘ ਰਹੇ ਸਾਂ ਕਿ ਰਾਹ ਵਿੱਚ ਇੱਕ ਖੂਬਸੂਰਤ ਸੌਦਾਗਰ ਮਿਲ ਪਿਆ। ਉਸਨੂੰ ਮੈਂ ਆਪਣੀ ਸਾਰੀ ਵਿੱਥਿਆ ਸੁਣਾਈ। ਉਸਨੇ ਸਾਨੂੰ ਚੱਲਣ ਲਈ ਕਿਹਾ। ਸੌਦਾਗਰ ਬੜਾ ਮਨਚਲਾ ਸੀ। ਉਸਨੇ ਛਬੀਲੀ ਦਾ ਮਨ ਜਿੱਤ ਲਿਆ। ਛਬੀਲੀ ਨੇ ਉਸ ਨਾਲ ਕੋਈ ਗੋਂਦ ਗੁੰਦੀ। ਰਾਹ ਵਿੱਚ ਇੱਕ ਖੂਹ ਆਇਆ। ਮੈਨੂੰ ਪਾਣੀ ਦਾ ਲੋਟਾ ਭਰ ਲਿਆਉਣ ਲਈ ਭੇਜਿਆ। ਮੈਂ ਰੱਸੀ ਤੇ ਲੋਟਾ ਲੈ ਕੇ ਤੁਰ ਪਿਆ। ਜਦੋਂ ਖੂਹ ਉੱਤੇ ਪਹੁੰਚਿਆ ਤਾਂ ਪਿੱਛੋਂ ਛਬੀਲੀ ਤੇ ਉਹ ਸੌਦਾਗਰ ਵੀ ਆ ਪਹੁੰਚੇ। ਜਿਉਂ ਹੀ ਮੈਂ ਲੋਟਾ ਲਮਕਾਇਆ, ਦੋਹਾਂ ਨੇ ਰਲ ਕੇ ਮੈਨੂੰ ਖੂਹ ਵਿੱਚ ਧਕੇਲ ਦਿੱਤਾ। ਉਸ ਖੂਹ ਵਿੱਚ ਪਾਣੀ ਬਹੁਤ ਥੋੜ੍ਹਾ ਸੀ, ਮਸਾਂ ਗੋਡੇ ਗੋਡੇ। ਮੈਂ ਇੱਕ ਦਿਨ ਉਸ ਖੂਹ ਵਿੱਚ ਭੁੱਖਾ ਭਾਣਾ ਰਿਹਾ। ਅਖੀਰ ਉੱਧਰੋਂ ਇੱਕ ਕਾਫ਼ਲਾ ਲੰਘਿਆ, ਜਿਨ੍ਹਾਂ ਨੇ ਮੈਨੂੰ ਖੂਹ ਵਿੱਚੋਂ ਬਾਹਰ ਕੱਢਿਆ। ਉਦੋਂ ਤੋਂ ਮੈਂ ਛਬੀਲੀ ਨੂੰ ਥਾਂ ਥਾਂ ਢੂੰਡਦਾ ਫਿਰਦਾ ਹਾਂ। ਮੈਨੂੰ ਪੂਰਾ 1 ਸਾਲ ਭਟਕਦਿਆਂ ਹੋ ਗਿਆ। ਅੱਜ ਜਦੋਂ ਮੈਂ ਇੱਥੋਂ ਲੰਘ ਰਿਹਾ ਸਾਂ ਕਿ ਮੈਂ ਨਾਚ ਵੇਖਣ ਲਈ ਸੁਭਾਵਕ ਹੀ ਠਹਿਰ ਗਿਆ। ਸੋਚਿਆ ਦਿਲ ਬਹਿਲ ਜਾਵੇਗਾ। ਮੈਂ ਇਹਨੂੰ ਨੱਚਦਿਆਂ ਵੇਖ ਕੇ ਹੱਕਾ ਬੱਕਾ ਰਹਿ ਗਿਆ। ਇਹਨੇ ਵੀ ਮੈਨੂੰ ਪਛਾਣ ਲਿਆ। ਉਸਨੇ ਸੋਚਿਆ ਕਿ ਮੈਂ ਖੂਹ ਵਿੱਚ ਡੁੱਬ ਕੇ ਮਰ ਖਪ ਗਿਆ ਹੋਵਾਂਗਾ, ਪਰ ਮੈਨੂੰ ਇਹ ਜ਼ਿੰਦਾ ਵੇਖ ਕੇ ਠਠੰਬਰ ਗਈ। ਇਸ ਨੇ ਮੈਨੂੰ ਤੁਹਾਡੇ ਹੱਥੋਂ ਮਰਵਾ ਦੇਣਾ ਚਾਹਿਆ। ਮੈਂ ਇਹਦੇ ਤੋਂ ਉਧਾਰ ਦਿੱਤੀ ਉਮਰ ਮੰਗੀ, ਜੋ ਇਹਨੂੰ ਮਜਬੂਰ ਹੋ ਕੇ ਮੋੜਨੀ ਪਈ। ਇਸ ਲਈ ਉਧਾਰ ਮੋੜਦਿਆਂ ਸਾਰ ਇਹਦੇ ਪ੍ਰਾਣ ਨਿਕਲ ਗਏ। ਰਾਜਾ ਹੈਰਾਨ ਹੋ ਗਿਆ। ਕੀ ਇੱਕ ਔਰਤ ਆਪਣੇ ਪ੍ਰਾਣ ਦਾ ਤੇ ਵਾਸਤੇ ਮੌਤ ਮੰਗ ਸਕਦੀ ਏ? ਇਹ ਗੱਲ ਤਾਂ ਮੈਂ ਕਦੇ ਸੋਚੀ ਵੀ ਨਹੀਂ ਸੀ, ਪਰ ਪ੍ਰਤੱਖ ਹੋ ਗਈ ਏ। ਫਿਰ ਰਾਜੇ ਨੇ ਮਨ ਸੰਸਾ ਉੱਠਿਆ ਕਿ ਕਿਧਰੇ ਲੰਗੜੇ ਦੀ ਸਾਰੀ ਕਹਾਣੀ ਮਨਘੜਤ ਹੀ ਨਾ ਹੋਵੇ। ਸੋ ਰਾਜਾ ਕਹਿਣ ਲੱਗਾ ਕਿ ਇਸ ਸਾਰੀ ਗੱਲ ਦਾ ਕੋਈ ਸਬੂਤ? ਲੰਗੜਾ ਉਸੇ ਵੇਲੇ ਉੱਠ ਖਲੋਤਾ। ਇਹ ਮੇਰੀ ਲੱਤ, ਜੋ ਇਹਦੇ ਕਾਰਨ ਲੰਗੜੀ ਹੋਈ ਸੀ, ਹੁਣ ਠੀਕ ਹੋ ਗਈ ਹੈ। ਬੇਸ਼ੱਕ ਵੇਖ ਲਓ। ਲੰਗੜਾ ਬਿਲਕੁਲ ਠੀਕ ਚੱਲ ਰਿਹਾ ਸੀ। ਰਾਜੇ ਨੇ ਉਹਨੂੰ ਆਪਣੀ ਦਰਬਾਰ ਵਿੱਚ ਹੀ ਨੌਕਰ ਰੱਖ ਲਿਆ।